ਕਾਂਡ 4। ਇਹ ਸੁਲਤਾਨਪੁਰ ਤੋਂ ਵਿਦਾਇਗੀ ਦਾ ਦਿਨ ਨਹੀਂ ਸੀ ਲੱਗਿਆ। ਉਹ ਤਾਂ ਦੋਵੇਂ ਗਾਉਂਦੇ ਨਿਕਲੇ ਸਨ। ਪਿੱਛੇ ਰਹਿ ਗਿਆ ਵੀ ਸੰਗੀਤਮਈ ਸੀ ਤੇ ਅੱਗੇ ਆ ਰਿਹਾ ਵੀ ਸੰਗੀਤਮਈ ਹੋਣ ਵਾਲਾ ਸੀ। ਕੁਝ ਇਸ ਤਰ੍ਹਾਂ ਸੁਲਤਾਨਪੁਰ ਨੇ ਦੋਵਾਂ ਨੂੰ ਆਪਣੇ ਅੱਗਿਓਂ ਲੰਘਦਾ ਵੇਖਿਆ। ਪਤਝੜ ਦੇ ਮੁੱਢਲੇ ਦਿਨ ਸਨ। ਬਹੁਤੇ ਪੱਤਿਆਂ ਦਾ ਰੰਗ ਗੇਰੂ ਰੰਗਾ ਸੀ। ਭਾਰੇ ਪੱਤਿਆਂ ਵਾਲੇ ਦਰੱਖਤ ਝੜ ਰਹੇ ਸਨ। ਇਹ ਸੱਜ ਧੱਜ ਕੋਈ ਵਿਛੋੜਾ ਨਹੀਂ ਸੀ ਜਾਪਦੀ। ਬਹੁਤ ਸਾਰੇ ਲੋਕ ਪਿੱਛੇ ਤੁਰਦੇ ਆਏ ਸਨ, ਪਰ ਉਸ ਸੁਰੀਲੀ ਆਵਾਜ਼ ਨੇ ਹਾਕ ਮਾਰਨੀ ਭੁਲਾ ਦਿੱਤੀ ਸੀ। ਵੇਖਦੇ ਵੇਖਦੇ ਸੁਲਤਾਨਪੁਰ ਪਿੱਛੇ ਰਹਿ ਗਿਆ ਸੀ। ਮਰਦਾਨੇ ਲਈ ਇਹ ਵਿਛੋੜਾ ਤਲਵੰਡੀਓਂ ਚੱਲ ਹੁਣ ਸੁਲਤਾਨਪੁਰ ਆ ਪਹੁੰਚਿਆ ਸੀ। ਜਿੱਥੋਂ ਵੀ ਜਾਣ ਦੀ ਸੇਧ ਸ਼ੁਰੂ ਹੁੰਦੀ ਸੀ, ਉੱਥੇ ਹੀ ਵਿਛੋੜਾ ਬਣ ਜਾਂਦਾ ਸੀ। ਅੱਜ ਸੁਲਤਾਨਪੁਰ ਨੇ ਵੀ ਆਪਣਾ ਉਹੀ ਰੰਗ ਵਿਖਾਇਆ ਸੀ। ਸੁਲੱਖਣੀ ਪਹਿਲਾਂ ਦੋਵੇਂ ਪੁੱਤਰਾਂ ਨੂੰ ਹਿੱਕ ਨਾਲ ਘੁੱਟ ਬੈਠੀ ਵੇਖਦੀ ਰਹੀ। ਫਿਰ ਤੇਜ਼ੀ ਨਾਲ ਆਖਰੀ ਝਲਕ ਲਈ ਦੇਹਲੀ ਤੋਂ ਬਾਹਰ ਆਈ ਸੀ। ਨਾਨਕੀ ਦੀ ਆਵਾਜ਼ ਆਈ ਸੀ, ਉਹ ਜੰਗ ਲਈ ਥੋੜ੍ਹੀ ਚੱਲੇ ਨੇ, ਮੁੜ ਆਉਣਗੇ ਭਾਬੀ। ਹੌਲੀ ਹੌਲੀ ਚਿੱਟੀ ਚਮੜੀ ਵਾਲੇ ਕੁਸੈਲੇ ਲੋਧੀ ਵੀ ਘੱਟ ਦਿਸਣ ਲੱਗੇ। ਫਿਰ ਉਹ ਜਗਾਵਾਂ ਤੇ ਉਹ ਚਿਹਰੇ ਆਉਣ ਲੱਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਵਿਛੜ ਕੇ ਆ ਰਹੇ ਨੇ ਜਾਂ ਵਿਛੜਿਆਂ ਨੂੰ ਮਿਲਣ ਜਾ ਰਹੇ ਨੇ। ਮਰਦਾਨੇ ਦੀ ਨਜ਼ਰ ਨੇ ਕੁਝ ਨਵਾਂ ਵੇਖਣਾ ਸ਼ੁਰੂ ਕਰ ਦਿੱਤਾ ਸੀ। ਉਹਨੇ ਹੁਣ ਤੱਕ ਸਿਰਫ ਬੈਠ ਕੇ ਗਾਇਆ ਸੀ। ਇਸ ਤਰ੍ਹਾਂ ਤੁਰ ਤੁਰ ਕੇ ਸੰਗੀਤ ਨੂੰ ਸਫ਼ਰ ਵਿੱਚ ਨਹੀਂ ਸੀ ਤੋਰਿਆ। ਇਹ ਖੜੀ ਬਨਸਪਤੀ ਤੇ ਪਹਾੜਾਂ ਕੋਲੋਂ ਇੱਕ ਸੰਗੀਤਮਈ ਤੋਰ ਗੁਜ਼ਰ ਰਹੀ ਸੀ। ਦਿਨ ਵਿੱਚ ਕਈ ਵਾਰ ਮਨ ਮਚਲ ਉੱਠਦਾ, ਇਹਨਾਂ ਖੜੇ ਆਕਾਰਾਂ ਦੀਆਂ ਭੁੱਲਾਂ ਵਿੱਚ ਖੜ ਕੇ ਮੈਂ ਵੀ ਉਸ ਤੋਰ ਨੂੰ ਵੇਖਾਂ। ਪਰ ਬਾਬੇ ਦਾ ਹੋਣਾ ਤੁਰਦਾ ਹੀ ਜਾ ਰਿਹਾ ਸੀ। ਸ਼ਾਇਦ ਅੱਗੇ ਅੱਗੇ ਕੋਈ ਉਡੀਕ ਚੱਲ ਰਹੀ ਸੀ। ਸਾਰਾ ਜੰਗਲ ਝੜ ਰਿਹਾ ਸੀ। ਜਿੱਥੋਂ ਪੱਤੇ ਝੜ ਰਹੇ ਸਨ, ਉਹ ਥਾਵਾਂ ਹਰੀਆਂ ਸਨ। ਇਹ ਟਾਹਣੀਆਂ ਤੋਂ ਧਰਤੀ ਵੱਲ ਪੱਤਿਆਂ ਦੀ ਪਹਿਲੀ ਉਡਾਨ ਸੀ। ਹੁਣ ਹਲਕੀ ਹਲਕੀ ਚੱਲਦੀ ਹਵਾ ਗਿਰੇ ਪੱਤਿਆਂ ਨੂੰ ਇਕਾਂਤ ਦੀਆਂ ਡੂੰਘਾਈਆਂ ਵੱਲ ਸਰਕਾ ਰਹੀ ਸੀ। ਹਵਾਵਾਂ ਤੇਜ਼ ਨਹੀਂ ਸੀ ਚੱਲੀਆਂ। ਮੱਕੜੀ ਦੇ ਝੂਲ ਦੇ ਜਾਲੇ ਹਾਲੇ ਟੁੱਟੇ ਨਹੀਂ ਸਨ। ਹੁਣੇ ਹਵਾ ਦੇ ਬੁੱਲਿਆਂ ਨਾਲ ਜਿਹੜੇ ਬੱਦਲ ਤੇਜ਼ੀ ਨਾਲ ਸਿਰ ਉੱਪਰੋਂ ਲੰਘਦੇ ਸਨ, ਹਵਾ ਦਾ ਰੁੱਖ ਬਦਲਦੇ ਸਾਰ ਫਿਰ ਢਿੱਲੇ ਕਦਮੀ ਆਪਣੇ ਵੱਲ ਆਉਂਦੇ ਦਿਸੇ। ਪੈਰਾਂ ਵੱਲ ਨਜ਼ਰ ਮਾਰੀ ਤਾਂ ਪਤਝੜ ਦੇ ਸੁੱਕੇ ਘਾਹ ਨੇ ਤਰੇਲ ਪਹਿਲਾਂ ਹੀ ਚੂਸ ਲਈ ਸੀ। ਹੁਣ ਤਾਂ ਸਿਰਫ ਅੱਗੇ ਚੱਲਦੇ ਬਾਬੇ ਵੱਲ ਹੀ ਵੇਖਿਆ ਜਾ ਸਕਦਾ ਸੀ। ਭਗਵਿਆਂ ਵਿੱਚ ਉਹਦੇ ਅੱਗੇ ਇੱਕ ਸੱਜ ਧੱਜ ਚੱਲ ਰਹੀ ਸੀ। ਇਸ ਸੱਜ ਧੱਜ ਦੇ ਪੈਰਾਂ ਥੱਲੇ ਪੱਗ ਡੰਡੀਆਂ ਦੀਆਂ ਢਲਾਣਾਂ ਉਤਰੀਆਂ, ਚੜ੍ਹਾਈਆਂ ਚੜ੍ਹਦੀਆਂ। ਇਸ ਉੱਪਰ ਧੁੱਪਾਂ ਉਤਰਦੀਆਂ ਤੇ ਛਾਵਾਂ ਚੜ੍ਹਦੀਆਂ। ਹਰ ਰੰਗ ਆਪਣੇ ਰੰਗ ਵਿੱਚ ਚੜ੍ਹਦਾ। ਮਹੀਨੇ ਬੀਤ ਗਏ ਸਨ। ਉਹਨੇ ਆਪਣਾ ਇੱਕ ਰੰਗ ਰੱਖਿਆ, ਨਿਰੰਤਰ ਤੁਰਦੇ ਜਾਣਾ ਤੇ ਗਾਉਂਦੇ ਜਾਣਾ। ਕੁਝ ਬੋਲਿਆ ਜਾਵੇ। ਮਰਦਾਨੇ ਨੇ ਰਬਾਬ ਵੱਲ ਵੇਖਿਆ। ਹਾਲੇ ਵੀ ਸੋਚ ਤੋਂ ਕਿਉਂ ਪੁੱਛਿਆ। ਪੈੜ ਚਾਲ ਜੰਗਲ ਚੋਂ ਨਿਕਲ ਇੱਕ ਢਲਾਣ ਉੱਤੇ ਉਤਰਨ ਲੱਗੀ। ਇਸ ਪਗਡੰਡੀ ਨਾਲ ਕੁਝ ਹੋਰ ਪਗਡੰਡੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਹੌਲੀ ਹੌਲੀ ਇਹਦੀ ਚੌੜਾਈ ਇੱਕ ਰੱਥ ਜਿੰਨੀ ਹੋ ਗਈ। ਕੁਝ ਚਿਹਰੇ ਅੱਗੇ ਪਿੱਛੇ ਦਿਸਣ ਲੱਗੇ। ਦੂਰ ਕਿਸੇ ਪਿੰਡ ਦੀ ਖੂਹ ਦੀਆਂ ਭੌਣੀਆਂ ਚੀਕੀਆਂ। ਛੇਤੀ ਹੀ ਕੋਈ ਪਿੰਡ ਆਉਣ ਵਾਲਾ ਸੀ। ਪਹਾੜੀ ਸੇਮ ਦੇ ਪਾਣੀ ਨਾਲ ਗਰੇ ਦੀ ਖਟਾਸ ਭੌਣੀਆਂ ਦੀ ਆਵਾਜ਼ ਨਾਲ ਹੋਰ ਪਿਆਸੀ ਹੋਣ ਲੱਗੀ ਸੀ। ਉਹਨੂੰ ਪਿੰਡ ਨੇੜੇ ਵੇਖ ਕੇ ਹਮੇਸ਼ਾ ਇਸ ਤਰ੍ਹਾਂ ਹੀ ਜਾਪਦਾ। ਕਈ ਦਿਨਾਂ ਬਾਅਦ ਅੱਜ ਖੂਹ ਦਾ ਮਿੱਠਾ ਪਾਣੀ ਮਿਲਣਾ ਸੀ। ਉਂਝ ਵੀ ਕੂਲਾਂ ਦੇ ਪਾਣੀ ਨਾਲ ਭਰੇ ਹੋਏ ਗਲੇ ਨੂੰ ਜਦੋਂ ਸੁਰੀਲੀ ਰਬਾਬ ਟੋਕਦੀ ਹੈ ਤਾਂ ਸਾਜ਼ ਦੇ ਗਲੇ ਵਿਚਲੇ ਰਿਸ਼ਤੇ ਦਾ ਪਤਾ ਲੱਗਦਾ ਹੈ। ਉਦੋਂ ਹੀ ਬਹਾਨੇ ਨਾਲ ਪਿਆਸ ਦੀ ਯਾਦ ਆਉਂਦੀ ਹੈ। ਹੁਣ ਤਾਂ ਕਈ ਦਿਨ ਲੰਘ ਚੁੱਕੇ ਸਨ। ਕੋਈ ਪਿੰਡ ਵੀ ਨਹੀਂ ਸੀ ਆਇਆ, ਕੋਈ ਚਿਹਰਾ ਵੀ ਨਹੀਂ ਸੀ ਦਿਸਿਆ। ਫਿਰ ਵੀ ਬਾਬੇ ਨੇ ਗਾਇਆ ਸੀ। ਕੁਦਰਤੀ ਨਜ਼ਾਰਿਆਂ ਨੇ
ਆਪਣੇ ਕੋਲੋਂ 2 ਸੰਗੀਤਮਈ ਸਰੀਰ ਲੰਘਦੇ ਵੇਖੇ ਸਨ। ਹੁਣੇ ਕੁਝ ਦੇਰ ਪਹਿਲਾਂ ਇੱਕ ਖੁਸ਼ਕ ਚਟਾਨ ਦਿਸੀ ਤੇ ਅਚਾਨਕ ਉਹਦੇ ਵਿਚਕਾਰੋਂ ਲੰਘਦੀ ਪਗਡੰਡੀ ਨਾਲ ਸਾਹਮਣੇ ਮੈਦਾਨ ਦਿਸਣ ਲੱਗ ਪਏ ਸਨ। ਮਰਦਾਨੇ ਨੇ ਪਿੱਛੇ ਮੁੜ ਕੇ ਝਾਕਿਆ। ਹਰਿਆਈ ਦੀ ਸੱਜ ਧੱਜ ਤੋਂ ਬਿਨਾਂ ਵੀ ਮਿੱਟੀ ਦਾ ਆਪਣਾ ਸੁਹੱਪਣ ਹੁੰਦਾ ਏ। ਕੁਝ ਦੇਰ ਚਟਾਨ ਉੱਤੇ ਬੈਠਣ ਨੂੰ ਜੀਅ ਕੀਤਾ। ਪਹਾੜਾਂ ਉੱਪਰੋਂ ਦਿਸਦੇ ਪਿੰਡ ਜਿੰਨੇ ਨੇੜੇ ਦਿਸਦੇ ਨੇ ਓਨੇ ਹੁੰਦੇ ਨਹੀਂ। ਇਹ ਮਰਦਾਨੇ ਨੂੰ ਵੀ ਪਤਾ ਸੀ। ਇਸੇ ਕਰਕੇ ਉਹ ਕਦੇ ਦਰੱਖਤਾਂ ਉੱਪਰ ਬੈਠਦੇ ਪੰਛੀਆਂ ਤੋਂ ਝੜਦੇ ਪੱਤੇ ਵੇਖਦਾ, ਕਦੇ ਅਸਮਾਨ ਵਿੱਚ ਉਡਾਰੀਆਂ ਸਿੱਖਦੇ ਬੋਟਾਂ ਵੱਲ ਝਾਕਦਾ। ਜਦੋਂ ਕੁਝ ਵੀ ਨਾ ਸੁੱਝਦਾ ਤਾਂ ਅੱਗੇ ਚੱਲਦੇ ਬਾਬੇ ਦੀ ਸਾਦਗੀ ਦੇ ਜਲਵੇ ਵੇਖਦਾ। ਉਹ ਹੈਰਾਨ ਸੀ ਕਿ ਅੱਜ ਬਾਬੇ ਨੇ ਉਹਨੂੰ ਇਹ ਪੁੱਛਿਆ ਹੀ ਨਹੀਂ। ਮਰਦਾਨਿਆਂ, ਪਿਆਸ ਲੱਗੀ ਏ? ਕੀ ਅਜਿਹਾ ਕੁਝ ਹੋਣ ਵਾਲਾ ਹੈ ਜਿਸ ਨਾਲ ਇਹ ਸਭ ਸਮੇਟਿਆ ਜਾਵੇਗਾ? ਪਰ ਹੁਣ ਪਿਆਸ ਬਹੁਤ ਵੱਧ ਗਈ ਸੀ। ਅਜਿਹੇ ਵੇਲੇ ਜੇ ਬਾਬੇ ਨੇ ਕੋਈ ਅਲਾਪ ਛੇੜ ਦਿੱਤਾ, ਉਹਦਾ ਗਲਾ ਕਿਵੇਂ ਨਿਭਾਵੇਗਾ? ਦਰੱਖਤਾਂ ਵਿੱਚ ਘਿਰੇ ਪਿੰਡ ਅੱਜ ਕੱਲ੍ਹ ਪੱਤਿਆਂ ਤੋਂ ਬਿਨਾਂ ਬਿਰਲਾਂ ਵਿੱਚੋਂ ਕੁਝ ਕੁ ਦੂਰੀ 'ਤੇ ਖੜ੍ਹੇ ਹਥਿਆਰਬੰਦ ਲੋਕਾਂ ਵਾਂਗ ਜਾਪਦੇ ਸਨ। ਸ਼ਾਇਦ ਛਾਂ ਦੀ ਦੁਆ ਤੋਂ ਬਿਨਾਂ ਦਰੱਖਤਾਂ ਦੀਆਂ ਸੱਖਣੀਆਂ ਸ਼ਕਲਾਂ ਅਜਿਹੀਆਂ ਹੀ ਹੁੰਦੀਆਂ ਨੇ। ਫਿਰ ਵੀ ਇਹਨਾਂ ਵਿੱਚ ਦੀ ਮਰਦਾਨੇ ਨੂੰ ਪਹਿਲਾਂ ਖੂਹ ਹੀ ਦਿਸਿਆ, ਹਾਲਾਂਕਿ ਉਸ ਤੋਂ ਪਹਿਲਾਂ ਇੱਕ ਕੋਹਲੂ ਚੱਲ ਰਿਹਾ ਸੀ। ਉਸ ਤੋਂ ਵੀ ਪਹਿਲਾਂ ਬਗਾਰਾਂ ਲਈ ਨਿਕਲੇ ਲੋਕ ਅੱਜ ਦੇ ਦਿਨ ਵਿੱਚ ਹੋਣ ਵਾਲੀਆਂ ਬੇਇਨਸਾਫੀਆਂ ਬਾਰੇ ਗੱਲਾਂ ਕਰਦੇ ਲੰਘ ਰਹੇ ਸਨ। ਇਹਨਾਂ ਸਭਨਾਂ ਤੋਂ ਵੀ ਪਹਿਲਾਂ ਬਾਹਰ ਨਿਕਲੇ ਇੱਕ ਹਾਲੀ ਦੀ ਆਵਾਜ਼ ਸੁਣੀ। ਜਵਾਨੀ ਵਿੱਚ ਹੀ ਤਿਆਗੀ ਹੋ ਗਏ ਹੋ? ਮਰਦਾਨੇ ਨੇ ਕੋਲੋਂ ਲੰਘਦੇ ਹਾਲੀ ਵੱਲ ਵੇਖਿਆ। ਹਾਲੀ ਨੇ ਖੇਤਾਂ ਵੱਲ ਜਾਂਦੇ ਬਲਦਾਂ ਨੂੰ ਛੇੜਿਆ। ਪਿੰਡ ਵਿੱਚ ਕੋਈ ਸਰਾਂ ਨਹੀਂ ਹੈ। ਇਸ ਵਾਰੀ ਉਹਨੇ ਆਰ ਮਾਰੀ। ਚੌਂਦ ਕੇ ਬਲਦਾਂ ਦੀ ਪੰਜਾਲੀ ਉੱਪਰ ਉੱਠੀ ਤੇ ਦੁਬਾਰਾ ਉਸੀ ਜਗ੍ਹਾ ਆ ਕੇ ਫਿਰ ਟਿਕ ਗਈ। ਮਰਦਾਨੇ ਨੇ ਸੁੱਕੇ ਬੁੱਲ੍ਹਾਂ 'ਤੇ ਜੀਭ ਘੁਮਾਈ। ਕੁਝ ਪਲਾਂ ਲਈ ਪਿਆਸ ਹਾਲੀ ਕੋਲ ਚਲੀ ਗਈ ਸੀ। ਫਿਰ ਉਹਨੇ ਆਪਣੇ ਆਲੇ ਦੁਆਲੇ ਬਹੁਤ ਹੀ ਸੰਭਲ ਕੇ ਚੱਲਦੇ ਲੋਕ ਵੇਖੇ ਤੇ ਮਸਤੀ ਵਿੱਚ ਘੁੰਮਦੇ ਘੋੜੇ ਵੇਖੇ। ਅਜਿਹੇ ਪਿੰਡ ਵਿੱਚ ਇੱਕ ਗੜੀ ਜ਼ਰੂਰ ਹੁੰਦੀ ਹੈ। ਅਜਿਹਾ ਉਹਦਾ ਅਨੁਭਵ ਸੀ। ਘੋੜੇ ਗੜੀ ਵੱਲੋਂ ਹੀ ਆ ਰਹੇ ਸਨ। ਨੇੜੇ ਆਉਂਦੇ ਖੂਹ ਨੂੰ ਵੇਖ ਕੇ ਮਰਦਾਨੇ ਨੇ ਬਾਬੇ ਨੂੰ ਉਹ ਤੋਂ ਪਿੱਛੇ ਹਟਦਾ ਵੇਖਿਆ। ਪਿਆਸ ਤੋਂ ਜਦੋਂ ਉਹਨੂੰ ਸੁਰਤ ਆਈ, ਉਦੋਂ ਯਾਦ ਆਇਆ ਕਿ ਬਾਬੇ ਨੇ ਤਾਂ ਹਾਲੇ ਪਾਣੀ ਪੀਣਾ ਹੈ। ਹੁਣ ਪਾਣੀ ਪੀਣ ਲਈ ਬਾਬਾ ਅੱਗੇ ਵੱਧ ਰਿਹਾ ਸੀ। ਆ ਤੇਰੇ ਨਾਲ ਬੰਦਾ ਕਿਹੜੀ ਜਾਤ ਦਾ ਏ? ਖੂਹ 'ਤੇ ਜਨੇਊ ਸਿੱਧਾ ਕਰਦਾ ਬੰਦਾ ਪਾਣੀ ਪੀ ਚੁੱਕੇ ਮਰਦਾਨੇ ਵੱਲ ਇਸ਼ਾਰਾ ਕਰਦਾ ਬੋਲਿਆ। ਉੱਤਰ ਦੀ ਉਡੀਕ ਵਿੱਚ ਉਹਨੇ ਪਾਣੀ ਨਾਲ ਭਰੀ ਬਾਲਟੀ ਨੂੰ ਛੂਹੰਦੇ ਜਨੇਊ ਤੋਂ ਨਿਖੇੜਿਆ। ਮਰਦਾਨੇ ਨੇ ਵੇਖਿਆ ਓਕ ਬਣਨ ਲਈ ਬਾਬੇ ਦੀਆਂ ਹਥੇਲੀਆਂ ਨੇ ਜੋ ਸਿਰ ਜੋੜੇ ਸਨ। ਉਹ ਹੌਲੀ ਹੌਲੀ ਇੱਕ ਦੂਜੇ ਤੋਂ ਦੂਰ ਜਾਣ ਲੱਗੇ ਸਨ। ਬਾਹਾਂ ਨੇ ਨਿਮਰਤਾ ਨਾਲ ਉਹਨਾਂ ਨੂੰ ਥੱਲੇ ਆਪਣੀ ਜਗ੍ਹਾ ਪੁਜਾ ਦਿੱਤਾ ਸੀ। ਖੂਹ ਉੱਤੇ ਪਿਆਸ ਜਾਤ ਨਾਲ ਜੜ ਹੋ ਗਈ ਸੀ। ਉਹਨੇ ਆਪਣੀਆਂ ਗਿੱਲੀਆਂ ਹਥੇਲੀਆਂ ਨੂੰ ਟੋਹਿਆ। ਪੰਡਤ ਦੀ ਝੁਕਦੀ ਬਾਲਟੀ ਤੇ ਪੀਲੇ ਪੈਂਦੇ ਚਿਹਰੇ ਵੱਲ ਗੌਰ ਨਾਲ ਤੱਕਿਆ। ਇਹ ਪੁੱਛਣਾ ਕਿਤੇ ਖੂਹ ਵਾਂਗ ਹੀ ਜੜ ਹੋ ਗਿਆ ਸੀ। ਇਹ ਤੇਰੇ ਨਾਲ ਕੌਣ ਏ? ਫਿਰ ਖੂਹ ਕੋਲੋਂ ਹੀ ਮਰਦਾਨੇ ਵੱਲ ਇੱਕ ਆਵਾਜ਼ ਸਰਕੀ। ਚੱਲ ਮਰਦਾਨਿਆਂ। ਬਾਬਾ ਬਿਨਾਂ ਪਾਣੀ ਪੀਤਿਆਂ ਖੂਹ ਤੋਂ ਦੂਰ ਜਾ ਰਿਹਾ ਸੀ। ਕਈ ਪਿੰਡ ਪਿੱਛੇ ਰਹਿ ਚੁੱਕੇ ਸਨ। ਕਈ ਵਾਰੀ ਪੁੱਛਣ ਨੂੰ ਜੀਅ ਕੀਤਾ, ਬਾਬਾ ਤੂੰ ਮੁੜ ਕੇ ਪਿਆਸ ਨੂੰ ਗੌਰਿਆ ਹੀ ਨਹੀਂ। ਮੇਰੀ ਹੀ ਜਾਤ ਤਾਂ ਪੁੱਛੀ ਸੀ। ਇਹ ਵੀ ਇਤਫਾਕ ਹੀ ਸੀ ਕਿ ਅੱਜ ਜਿੰਨੇ ਖੂਹ ਰਸਤਿਆਂ ਵਿੱਚ ਕਦੀ ਨਹੀਂ ਸੀ ਮਿਲੇ। ਮਰਦਾਨਾ ਕਹਿੰਦੇ ਕਹਿੰਦੇ ਫਿਰ ਚੁੱਪ ਕਰ ਜਾਂਦਾ। ਲੱਗਦਾ ਸੀ ਖੂਹਾਂ ਵਿਚਲੀ ਤਰਲਤਾ ਬਾਬੇ ਨਾਲ ਵਹਿ ਤੁਰੀ ਹੈ। ਪਿਆਸ ਤਾਂ ਕਿਤੇ ਉਹਨਾਂ ਤਲਾਂ 'ਤੇ ਹੀ ਬੈਠੀ ਰਹਿ ਗਈ ਸੀ। ਸਭ ਕੋ ਉੱਚਾ ਆਖੀਐ ਨੀਚ ਨਾ ਦੀਸੈ ਕੋਏ, ਇੱਕ ਨੈ ਭਾਂਡੇ ਸਾਜਿਐ ਇੱਕ ਚਾਨਣ ਤਿਹੁ ਲੋਏ, ਕਰਮ ਮਿਲੈ ਸੱਚ ਪਾਈਐ ਧੁਰ ਬਖਸ਼ ਨਾ ਮੇਟੈ ਕੋਏ। ਇਸ ਸ਼ਬਦ ਤੋਂ ਬਾਅਦ ਵੀ 2 ਪਿੰਡ ਲੰਘ ਚੁੱਕੇ ਸਨ। ਸ਼ਾਮ ਹੋਣ ਵਾਲੀ ਸੀ।
ਇਹ ਦੂਰੀਆਂ ਨੂੰ ਸੰਭਾਲਦੇ ਬਾਬੇ ਦੇ ਕਦਮ ਇੱਕ ਹੋਰ ਖੂਹ ਕੋਲੋਂ ਗੁਜ਼ਰ ਗਏ। 3 ਪਹਿਰ ਬੀਤ ਚੁੱਕੇ ਸਨ। ਬਾਬੇ ਦੇ ਹੱਥਾਂ ਵੱਲ ਵੇਖ ਵੇਖ ਹਾਲੇ ਵੀ ਜੀ ਨਹੀਂ ਸੀ ਭਰ ਰਿਹਾ। ਅੱਗੇ ਤਾਂ ਹਮੇਸ਼ਾ ਜੀ ਕਰਦਾ ਸੀ ਬਾਬੇ ਦੇ ਮੂੰਹੋਂ ਕੋਈ ਸੁਰੀਲੀ ਧੁਨ ਸੁਣੇ। ਅੱਜ ਸਾਰੀਆਂ ਧੁਨਾਂ ਕੀ ਹਥੇਲੀਆਂ ਉੱਤੇ ਆ ਬੈਠੀਆਂ ਸਨ। ਜਦੋਂ ਤੱਕ ਰੋਸ਼ਨੀ ਰਵੇਗੀ ਅੱਜ ਨਜ਼ਰਾਂ ਹੱਥਾਂ ਉੱਤੇ ਹੀ ਰਹਿਣਗੀਆਂ। ਮਰਦਾਨੇ ਨੇ ਇੱਕ ਹੋਰ ਖੂਹ ਕੋਲੋਂ ਬਾਬਾ ਗੁਜ਼ਰਦਾ ਤੱਕਿਆ। ਹਨੇਰਾ ਹੋਣ ਤੋਂ ਪਹਿਲਾਂ ਇੱਕ ਕੱਚੇ ਖੂਹ ਕੋਲੋਂ ਆਵਾਜ਼ ਆਈ, ਜਿਸ ਨੂੰ ਦੂਰੋਂ ਨਹੀਂ ਸੀ ਪਛਾਣਿਆ ਜਾ ਸਕਦਾ। ਉਸ ਦੁਆਲੇ ਨਾ ਕੋਈ ਚੌਂਤਰਾ ਸੀ ਤੇ ਨਾ ਹੀ ਉਹਦੀ ਮਣ ਸੀ। ਉਹਦੀ ਡੂੰਘਾਈ ਦੇ ਸਹਾਰੇ ਵੀ ਮਿੱਟੀ ਆਸਰੇ ਸਨ। ਬਾਬੇ ਨੂੰ ਲੰਬੇ ਲੰਬੇ ਘੁੱਟ ਭਰਦਾ ਉਹ ਚਿਹਰਾ ਇੱਕ ਟਿਕ ਵੇਖਦਾ ਰਿਹਾ। ਫਿਰ ਚਮੜੇ ਦਾ ਡੋਲ ਥੱਲੇ ਰੱਖਦਾ ਬੋਲਿਆ, ਰਾਹੀਆ, ਤੂੰ ਮੇਰੀ ਜਾਤ ਨਹੀਂ ਪੁੱਛੀ। ਬਾਬੇ ਨੇ ਦੁਬਾਰਾ ਓਕ ਬਣਾ ਲਈ ਸੀ। ਇਸ ਵਾਰੀ ਉੱਤਰ ਪਾਣੀ ਬਣ ਕੇ ਡਿੱਗ ਰਿਹਾ ਸੀ। ਓਕ ਵਿੱਚ ਗਿਰਦੇ ਪਾਣੀ ਨੂੰ ਧੁਨਾਂ ਨੇ ਸਾਂਭ ਲਿਆ ਸੀ। ਖੂਹ ਦੇ ਕੰਢੇ ਖੜੀ ਬੇਰੀ ਥੱਲੇ ਬਾਬੇ ਨੇ ਆਪਣਾ ਪੜਾਅ ਲਾ ਲਿਆ ਸੀ। ਅੱਜ ਰਾਤ ਦਾ ਕੀਰਤਨ ਇੱਥੇ ਹੀ ਹੋਣਾ ਸੀ। ਖੂਹ ਦੇ ਆਸ-ਪਾਸ ਸੰਗਤ ਬਣਨ ਲੱਗੀ ਸੀ। ਬਾਬਾ, ਇੱਕ ਵਾਰ ਫਿਰ ਪਾਣੀ ਪੀ ਕੇ ਵਿਖਾ। ਸਾਰੇ ਦਿਨ ਦਾ ਰੁਕਿਆ ਮਖੌਲ ਕਹਿਣ ਨੂੰ ਜੀ ਕੀਤਾ।